ਹੈਲੋ, ਰੂਬੀ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਮੈਂ ਤੁਹਾਡੇ ਲਈ ਹਰਪ੍ਰੀਤ ਸਿੰਘ ਜਵੰਦਾ ਦੀਆਂ ਕੁਝ ਕਹਾਣੀਆਂ ਲੈ ਕੇ ਹਾਜ਼ਰ ਹਾਂ। ਪਹਿਲੀ ਕਹਾਣੀ ਤਕਰੀਬਨ 25 ਸਾਲ ਪਹਿਲਾਂ ਦੀ ਗੱਲ ਹੈ। ਰੋਜ਼ ਸਵੇਰੇ ਬਟਾਲਿਓਂ ਗੱਡੀ ਫੜ ਅੰਮ੍ਰਿਤਸਰ ਆਇਆ ਕਰਦਾ ਸਾਂ। ਸੈੱਲ ਫੋਨ ਨਹੀਂ ਸਨ ਹੋਇਆ ਕਰਦੇ। ਕੁਝ ਲੋਕ ਸੀਟਾਂ 'ਤੇ ਤਾਸ਼ ਖੇਡ ਰਹੇ ਹੁੰਦੇ, ਕੁਝ ਗੱਪਾਂ ਮਾਰ ਰਹੇ ਹੁੰਦੇ ਅਤੇ ਕੁਝ ਉੱਪਰਲੀ ਸੀਟ 'ਤੇ ਸੁੱਤੇ ਹੋਏ ਹੁੰਦੇ। ਇਸੇ ਗੱਡੀ 'ਚ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉੱਚੀ ਉੱਚੀ ਪਾਠ ਕਰਦਾ ਹੋਇਆ ਸਫ਼ਰ ਤੈਅ ਕਰਿਆ ਕਰਦਾ। ਉਹ ਡੱਬਾ ਹੀ ਪਾਠ ਵਾਲੇ ਡੱਬੇ ਨਾਲ ਮਸ਼ਹੂਰ ਹੋ ਗਿਆ। ਕੱਥੂ ਨੰਗਲ ਤੋਂ ਇੱਕ ਕੁੜੀ ਚੜ੍ਹਿਆ ਕਰਦੀ। ਪੋਲੀਓ ਨਾਲ ਇੱਕ ਲੱਤ ਖਰਾਬ ਸੀ। ਗੱਡੀ ਦਾ ਬਸ ਮਿੰਟ ਕੁ ਦਾ ਹੀ ਰੋਕਾ ਸੀ ਇੱਥੇ। ਇੰਨੇ ਥੋੜ੍ਹੇ ਟਾਈਮ ਅਤੇ ਲੋਹੜੇ ਦੀ ਭੀੜ ਵਿੱਚ ਉਸ ਕੋਲੋਂ ਮਸਾਂ ਹੀ ਚੜ੍ਹਿਆ ਜਾਂਦਾ। ਅਕਸਰ ਹੀ ਬੂਹੇ ਕੋਲ ਖਲੋਤੇ ਕਈ ਰੱਬ ਤਰਸੀ ਲੋਕ ਉਸ ਦਾ ਡੰਡਾ ਫੜ ਲਿਆ ਕਰਦੇ ਅਤੇ ਉਹ ਕੋਸ਼ਿਸ਼ ਕਰ ਅੰਦਰ ਆ ਜਾਇਆ ਕਰਦੀ। ਤੂੜੀ ਵਾਂਗ ਡੱਕੇ ਹੋਏ ਡੱਬੇ ਵਿੱਚ ਉਹ ਅਕਸਰ ਹੀ ਗੁਸਲਖਾਨੇ ਕੋਲ ਭੁੰਜੇ ਬੈਠ ਬਾਕੀ ਰਹਿੰਦਾ ਸਫ਼ਰ ਤੈਅ ਕਰਿਆ ਕਰਦੀ। ਸੀਟ ਲੱਭਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰਦੀ। ਇੱਕ ਦਿਨ ਜੁਲਾਈ ਦੇ ਬਰਚੁਮਾਸੇ 'ਚ ਉਸੇ ਪਾਠ ਵਾਲੇ ਡੱਬੇ 'ਚ ਖਲੋਤਾ ਹੋਇਆ ਮੈਂ ਬੂਹੇ ਵੱਲੋਂ ਆਉਂਦੀ ਠੰਡੀ ਹਵਾ ਵੱਲ ਨੂੰ ਮੂੰਹ ਕਰ ਤਾਜ਼ੀ ਹਵਾ ਲੈਣ ਦੀ ਕੋਸ਼ਿਸ਼ ਵਿੱਚ ਸਾਂ। ਕੱਥੂ ਨੰਗਲ ਸਟੇਸ਼ਨ 'ਤੇ ਉਹੀ ਕੁੜੀ ਇੱਕ ਵਾਰ ਫਿਰ ਗੱਡੀ 'ਚ ਸਵਾਰ ਹੋਈ। ਇਸ ਵਾਰ ਉਸ ਦਾ ਬਾਪ ਵੀ ਨਾਲ ਹੀ ਸੀ। ਉਸ ਦੀ ਵੀ ਲੱਤ ਵਿੱਚ ਨੁੱਕ ਸੀ ਅਤੇ ਥੋੜ੍ਹਾ ਬਿਮਾਰ ਜਿਹਾ ਵੀ ਲੱਗ ਰਿਹਾ ਸੀ। ਮਸਾਂ ਹੀ ਖਲੋਤਾ ਜਾ ਰਿਹਾ ਸੀ ਉਸ ਤੋਂ। ਕੁੜੀ ਨੇ ਅੱਜ ਹਿੰਮਤ ਕੀਤੀ ਅਤੇ ਖੁੱਲ੍ਹੇ ਹੋ ਕੇ ਬੈਠੇ ਇੱਕ ਮੈਂਬਰ ਤੋਂ ਸੀਟ ਮੰਗ ਲਈ। ਚੌਂਕੜੀ ਮਾਰ ਕੇ ਬੈਠੇ ਅੰਕਲ ਜੀ ਨੇ ਗੱਲ ਅਣਸੁਣੀ ਜੀ ਕਰਕੇ ਹੋਰ ਉੱਚੀ ਆਵਾਜ਼ 'ਚ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਖੀਆਂ ਵੀ ਹੋਰ ਘੁੱਟ ਕੇ ਮੀਟ ਲਈਆਂ। ਕੁੜੀ ਨੇ ਇੱਕ ਦੋ ਵਾਰ ਫਿਰ ਆਖਿਆ। ਅਖੀਰ ਉਸ ਦਾ ਬਾਪ ਬੇਬਸ ਜਿਹਾ ਹੋ ਕੇ ਭੁੰਜਾ ਹੀ ਪੈ ਗਿਆ ਅਤੇ ਸਾਰੇ ਡੱਬੇ 'ਚ ਰੱਬ ਦਾ ਗੁਣਗਾਨ ਇਸੇ ਤਰ੍ਹਾਂ ਹੀ ਉੱਚੀ ਆਵਾਜ਼ 'ਚ ਚੱਲਦਾ ਰਿਹਾ। ਗੱਡੀ ਅੰਮ੍ਰਿਤਸਰ ਉੱਪੜ ਗਈ ਅਤੇ ਸਾਰੇ ਆਪੋ ਆਪਣੇ ਰਾਹ ਪੈ ਗਏ। ਅੱਜ ਉਹ ਮੰਜ਼ਰ ਚੇਤੇ ਆਉਂਦਾ ਤਾਂ ਅਕਸਰ ਸੋਚਦਾ ਕਿ ਜੇ ਉਸ ਵੇਲੇ ਮੇਰੀ ਬੌਧਿਕਤਾ ਅਤੇ ਬੇਬਾਕੀ ਅੱਜ ਵਾਲੇ ਪੱਧਰ ਦੀ ਹੁੰਦੀ ਤਾਂ ਵਾਹਿਗੁਰੂ ਦਾ ਗੁਣਗਾਨ ਕਰਦੇ ਉਹਨਾਂ ਦੇਵ ਪੁਰਸ਼ਾਂ ਨੂੰ ਜ਼ਰੂਰ ਆਖ ਦਿੰਦਾ ਕਿ ਗੁਰਮੁਖੋ, ਜਿਸ ਰੱਬ ਨੂੰ ਇੰਨੇ ਚਿਰ ਤੋਂ ਅੱਖਾਂ ਮੀਟ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਹੋ, ਉਹ ਤਾਂ ਕਦੇ ਦਾ ਤੁਹਾਡੇ ਕੋਲ ਖਲੋਤਾ ਤੁਹਾਥੋਂ ਸੀਟ ਮੰਗ ਰਿਹਾ ਏ। ਨਾਨੀ ਅਕਸਰ ਆਖਿਆ ਕਰਦੀ ਕਿ ਜਦੋਂ ਕਦੇ ਵੀ ਉਹ ਇਨਸਾਨੀ ਰੂਪ ਧਾਰ ਕੇ ਦਰ 'ਤੇ ਹੋਕਾ ਦੇਣ ਆਉਂਦਾ ਤਾਂ ਉਸ ਦੇ ਥੱਲੇ ਮਹਿੰਗੀ ਕਾਰ ਨਹੀਂ ਹੁੰਦੀ, ਸਗੋਂ ਉਸ ਦੇ ਗਲ ਪਾਟੇ ਪੁਰਾਣੇ ਕੱਪੜੇ ਹੋਇਆ ਕਰਦੇ ਨੇ ਅਤੇ ਕਦੇ ਕਦਾਈ ਉਹ ਲੱਤੋਂ ਵੀ ਲੰਗਾ ਹੁੰਦਾ ਏ। ਤਾਂ ਹੀ ਸ਼ਾਇਦ ਉਹ ਬਾਹਰ 'ਤੇ ਦਸਤਕ ਹੁੰਦਿਆਂ ਹੀ 7 ਕੰਮ ਵਿੱਚੇ ਛੱਡ ਭੱਜੀ ਆਉਂਦੀ ਅਤੇ ਉਸ ਨੇ ਸਾਰੀ ਜ਼ਿੰਦਗੀ ਜਿਉਂਦੇ ਜੀ ਦਰ 'ਤੇ ਆਏ ਕਿਸੇ ਨੂੰ ਵੀ ਕਦੇ ਖਾਲੀ ਹੱਥ ਨਹੀਂ ਸੀ ਮੋੜਿਆ। ਧੰਨਵਾਦ। ਅਗਲੀ ਕਹਾਣੀ ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ ਸਾਰਾ ਦਿਨ ਦਿਮਾਗ 'ਚ ਘੁੰਮਦੀ ਰਹੀ। ਕਿੰਨਾ ਕੁਝ ਗਲਤ ਹੋ ਰਿਹਾ ਸੀ ਆਪਣੇ ਨਾਲ। ਅਤੀਤ ਵਿੱਚ ਬੁਰਾ ਹੋਇਆ ਅਤੇ ਕੀਤਾ ਗਿਆ ਸਾਰਾ ਕੁਝ ਰੀਲ ਬਣ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ। ਇੱਥੋਂ ਤੱਕ ਕਿ ਉਮਰਾਂ ਦੇ ਹਾਣ ਸੰਦੀਪ ਸਿੰਘ ਵੱਲੋਂ ਗਿਫਟ ਕੀਤੀ ਨਵੀਂ ਨਕੋਰ ਕਾਰ ਵੀ ਰੂਹ ਨੂੰ ਵੱਢ ਵੱਢ ਖਾਂਦੀ ਹੋਈ ਲੱਗ ਰਹੀ ਸੀ। ਖਿਆਲ ਆਈ ਜਾ ਰਿਹਾ ਸੀ ਕਿ ਅੱਜ 2 ਟੁੱਕ ਗੱਲ ਕਰ ਹੀ ਲੈਣੀ ਹੈ। ਜਾਂ ਮੈਨੂੰ ਚੁਣ ਲਵੇ ਅਤੇ ਜਾਂ ਫਿਰ ਆਪਣੇ ਮਾਪਿਆਂ ਨੂੰ। ਬਿਨਾਂ ਵਜ੍ਹਾ ਗੁੱਸਾ ਆਈ ਜਾ ਰਿਹਾ ਸੀ। ਅੱਗੇ ਜਾਂਦਾ ਟਰੱਕ ਪਤਾ ਨਹੀਂ ਰਾਹ ਕਿਉਂ ਨਹੀਂ ਸੀ ਦੇ ਰਿਹਾ। ਜੇ ਕੋਲ ਬੰਦੂਕ ਹੁੰਦੀ ਤਾਂ ਸ਼ਾਇਦ ਗੋਲੀ ਤੱਕ ਮਾਰ ਦੇਣੀ ਸੀ। ਸਟੀਅਰਿੰਗ ਉੱਪਰ ਲੱਗਾ ਸ਼ੀਸ਼ਾ ਖੁਦ ਦੀ ਸ਼ਕਲ ਬੜੀ ਭੱਦੀ ਲੱਗੀ। ਲਾਲ ਬੱਤੀ 'ਤੇ ਬ੍ਰੇਕ ਮਾਰਨੀ ਪਈ। ਨਕਾਰਾਤਮਕ ਸੋਚ ਭਾਰੂ ਹੋ ਗਈ। ਇਸਨੇ ਵੀ ਹੁਣੇ ਹੀ ਲਾਲ ਹੋਣਾ ਸੀ ਮੇਰੀ ਵਾਰੀ। ਅਚਾਨਕ ਸ਼ੀਸ਼ੇ 'ਤੇ ਕਿਸੇ ਹੱਥ ਮਾਰਿਆ। ਟ੍ਰੈਫਿਕ ਪੁਲਿਸ ਦੇ ਅੰਕਲ ਸਨ। ਪੁੱਛ ਲਿਆ, ਦੱਸੋ ਕੀ ਗੱਲ? ਆਖਣ ਲੱਗੇ, ਪੁੱਤਰ ਜੀ ਪਿਛਲੇ ਕਿਲੋਮੀਟਰ ਤੋਂ ਰੁਕਣ ਲਈ ਇਸ਼ਾਰਾ ਕਰੀ ਜਾ ਰਹੇ ਹਾਂ। ਵਜਾਏ ਜਾ ਰਹੇ ਹੌਰਨ ਦੀ ਵਜ੍ਹਾ ਪੁੱਛ ਸਕਦਾ? ਕਾਰ 'ਚ ਲੱਗਾ ਹੈ ਤਾਂ ਮਾਰਨ 'ਚ ਕੀ ਹਰਜ ਹੈ? ਉੱਤੋਂ ਇੰਨਾ ਟ੍ਰੈਫਿਕ, ਗੰਦੀਆਂ ਸੜਕਾਂ, ਥਾਂ ਥਾਂ ਪਏ ਹੋਏ ਟੋਏ ਟਿੱਬੇ ਅਤੇ ਉੱਤੋਂ ਬਦਤਮੀਜ਼ ਡਰਾਈਵਰ। ਆਪ ਹੀ ਦੱਸੋ, ਹੌਰਨ ਨਾ ਵਜਾਵਾਂ ਤਾਂ ਹੋਰ ਕੀ ਕਰਾਂ? ਬੇਟਾ, ਕੰਪਨੀ ਨੇ
ਪੈਰਾਂ ਹੇਠ ਇੱਕ ਹੋਰ ਚੀਜ਼ ਵੀ ਲਾਈ ਹੋਈ ਹੈ ਜਿਹਨੂੰ ਬ੍ਰੇਕ ਆਖਦੇ ਨੇ। ਹਾਰਨ ਮਾਰ-ਮਾਰ ਤੁਰੇ ਜਾਂਦੇ ਗਰੀਬ ਹਮਾਤੜਾਂ ਨੂੰ ਹੱਥਾਂ ਪੈਰਾਂ ਦੀ ਪਾਉਣ ਨਾਲੋਂ ਜੇ ਇਹ ਬ੍ਰੇਕ ਵਰਤ ਲਈ ਜਾਵੇ ਤਾਂ ਕੋਈ ਹਰਜ ਨਹੀਂ। ਅੰਕਲ ਵੱਲ ਦੇਖ ਆਪ ਮੁਹਾਰੇ ਹੀ ਮੂੰਹੋਂ ਸੌਰੀ ਨਿਕਲ ਗਿਆ ਅਤੇ ਦਿਮਾਗ ਵਿੱਚੋਂ ਨਿਕਲ ਰਹੀਆਂ ਅੱਗ ਦੀਆਂ ਲਾਟਾਂ ਅਤੇ ਅੱਖਾਂ ਵਿੱਚੋਂ ਵਹੀ ਜਾ ਰਹੇ ਬੇਮੁਹਾਰੇ ਅੰਗਿਆਰ ਇੱਕਦਮ ਹੀ ਠੰਡੇ ਜਿਹੇ ਪੈ ਗਏ ਮਹਿਸੂਸ ਹੋਏ। ਫਿਰ ਬਾਕੀ ਦਾ ਪੈਂਡਾ ਤੈਅ ਕਰਦੀ ਹੋਈ ਸੋਚੀ ਜਾ ਰਹੀ ਸਾਂ ਕਿ ਜਾਣ ਬੁੱਝ ਕੇ ਖੜੀ ਕਰ ਦਿੱਤੀ ਗਈ ਕਿਸੇ ਦਿਮਾਗੀ ਉਥਲ ਪੁਥਲ ਕਰਕੇ ਬੇਵਜ੍ਹਾ ਹਾਰਨ ਮਾਰ-ਮਾਰ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਭੁਚਾਲ ਲਿਆ ਦੇਣ ਨਾਲੋਂ ਕਿਉਂ ਨਾ ਬੇਲਗਾਮ ਜਿਹੀ ਹੋ ਕੇ ਤੁਰੀ ਜਾਂਦੀ ਜ਼ਿੰਦਗੀ ਨੂੰ ਥੋੜ੍ਹੀ ਬ੍ਰੇਕ ਹੀ ਲਾ ਕੇ ਦੇਖ ਲਈ ਜਾਏ, ਸ਼ਾਇਦ ਕੋਈ ਫਰਕ ਹੀ ਪੈ ਜਾਵੇ। ਇੰਨਾ ਸੋਚ ਝੱਟ ਹੀ ਗੱਡੀ ਨਹਿਰ ਵੱਲ ਨੂੰ ਮੋੜ ਲਈ ਅਤੇ ਬਾਗ ਕੋਲ ਜਾ ਕੇ ਬ੍ਰੇਕ ਮਾਰ ਲਈ। ਕੋਲ ਬਣੇ ਬੈਂਚ 'ਤੇ ਬੈਠ ਅੱਖਾਂ ਮੀਚ ਲਈਆਂ, ਲੰਮੇ ਸਾਹ ਲਏ। ਖੇਡਦੇ ਨਿੱਕੇ ਬੱਚਿਆਂ ਦੇ ਮਾਸੂਮ ਚਿਹਰਿਆਂ 'ਤੇ ਪਸਰੀ ਹੋਈ ਮੁਸਕਾਨ ਨੂੰ ਤੱਕਿਆ। ਸੈਰ ਕਰਦੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਜ਼ਿਹਨ 'ਤੇ ਮਹਿਸੂਸ ਕੀਤਾ। ਫਿਰ ਇੱਕ ਕਰਾਮਾਤ ਹੁੰਦੀ ਹੋਈ ਮਹਿਸੂਸ ਹੋਣ ਲੱਗੀ। ਕੁਝ ਚਿਰ ਪਹਿਲਾਂ ਹੀ ਬੁਰੀ ਲੱਗ ਰਹੀ ਕਾਇਨਾਤ ਹੁਣ ਠੰਡੀ ਮਿੱਠੀ ਹਵਾ ਦਾ ਬੁੱਲਾ ਬਣ ਰੂਹ ਨੂੰ ਠਾਰ ਰਹੀ ਸੀ ਅਤੇ ਮੈਨੂੰ ਆਪਣਾ ਆਪ ਹੌਲਾ ਫੁੱਲ ਜਿਹਾ ਮਹਿਸੂਸ ਹੋਣ ਲੱਗਾ। ਸ਼ਾਮੀ ਜਦੋਂ ਇਕੱਠੇ ਬੈਠੇ ਰੋਟੀ ਟੁੱਕ ਖਾ ਰਹੇ ਸਾਂ ਤਾਂ ਕਿਸੇ ਵੱਲੋਂ ਮਾਰੇ ਜ਼ੋਰ ਦੇ ਹੌਰਨ ਕਰਕੇ ਫਿਰ ਖਿਆਲਾਂ ਦੀ ਸੁਨਾਮੀ ਜੀ ਵਗ ਤੁਰੀ। ਜੀ ਕੀਤਾ ਕਿ ਇੱਕ ਅਰਦਾਸ ਜੀ ਕਰਾਂ ਕਿ ਜਿਉਣ ਜੋਗਾ ਹੌਰਨ ਮਾਰਨ ਦੀ ਬਜਾਏ ਥੋੜ੍ਹੀ ਬ੍ਰੇਕ ਮਾਰਨੀ ਸਿੱਖ ਲਵੇ ਤਾਂ ਸ਼ਾਇਦ ਇਸ ਦਾ ਸਫ਼ਰ ਥੋੜ੍ਹਾ ਹੋਰ ਆਨੰਦਮਈ ਹੋ ਜਾਵੇ। ਸੋ ਦੋਸਤੋ, ਇਨਸਾਨ ਦਾ ਇੱਕ ਪਲ, ਇੱਕ ਘੜੀ ਅਤੇ ਜਾਂ ਫਿਰ ਇੱਕ ਦਿਨ ਖਰਾਬ ਹੋ ਸਕਦਾ ਹੈ, ਪੂਰੀ ਜ਼ਿੰਦਗੀ ਨਹੀਂ। ਧੰਨਵਾਦ। ਅਗਲੀ ਕਹਾਣੀ। ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ, ਮੇਰੀ ਜੁੱਤੀ ਵੀ ਨਾ ਆਉਂਦੀ। ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ। ਮੇਰੇ ਬੋਝੇ ਵਿੱਚੋਂ ਜਿੰਨੇ ਜੀ ਕਰਦਾ ਪੈਸੇ ਵੀ ਕੱਢ ਕੇ ਲੈ ਜਾਂਦਾ। ਕੁਝ ਆਖਣ ਲੱਗਦਾ ਤਾਂ ਕੋਈ ਸ਼ਹਿ ਰੋਕ ਲੈਂਦੀ। ਜੰਮਣ ਵਾਲੀ ਉਸ ਦੇ ਹੱਕ ਵਿੱਚ ਭੁਗਤਦੀ, ਸਫਾਈਆਂ ਦਿੰਦੀ। ਤੁਸੀਂ ਠੀਕ ਹੁੰਦੇ ਹੋਏ ਵੀ ਗਲਤ ਹੋ। ਜਵਾਨ ਔਲਾਦ ਨੂੰ ਕੁਝ ਆਖਣ ਦਾ ਜ਼ਮਾਨਾ ਨਹੀਂ ਰਿਹਾ। ਇਹ ਨਾ ਭੁੱਲੋ ਕੋਲੋਂ ਗੱਡੀ ਦੀ ਲੈਣ ਵੀ ਲੰਘਦੀ ਏ। ਮੈਂ ਮਨ ਹੀ ਮਨ ਆਖਦਾ ਇੰਨਾ ਹੀ ਦੱਸ ਜਾਇਆ ਕਰੇ। ਅਖੀਰ ਜਾਂਦਾ ਕਿੱਥੇ ਹੈ? ਮੁੰਨਾ ਕਦੋਂ ਹੁੰਦਾ? ਦੋ ਭੈਣਾਂ ਜਵਾਨ ਵੀ ਨੇ। ਕਿੰਨੀਆਂ ਸਲਾਹਾਂ ਗੱਲਾਂ ਬਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ। ਕੋਲ ਬੈਠੇ ਤਾਂ ਸਹੀ। ਕਾਰ ਨੂੰ ਮਲ ਸਾਫ਼ ਕਰਦਿਆਂ ਅਤੇ ਬੂਟ ਲਿਸ਼ਕਾਉਂਦਿਆਂ ਘੰਟੇ ਲੰਘ ਜਾਂਦੇ। ਮੈਂ ਅਖਬਾਰ ਪੜ੍ਹਨ ਬਹਾਨੇ ਉਸ ਵੱਲ ਤੱਕਦਾ ਰਹਿੰਦਾ, ਕਦੋਂ ਨਜ਼ਰਾਂ ਮਿਲਾਵੇ। ਪਰ ਇਹ ਕਰਮਾਂ ਮਾਰੀਆਂ ਕਦੇ ਵੀ 2 ਤੋਂ 4 ਨਾ ਹੁੰਦੀਆਂ। ਇੱਕ ਵੇਰ ਅੱਧੀ ਰਾਤ 2 ਵੱਜ ਗਏ। ਇਸ ਦਾ ਕੋਈ ਪਤਾ ਨਹੀਂ ਕਿੱਥੇ ਹੈ, ਕਦੋਂ ਮੁੜਨਾ। ਸੋਚਾਂ ਦੀ ਉਧੇੜ ਪੁਣ। ਪੁਰਾਣਾ ਸੰਦੂਕ ਖੋਲ੍ਹ ਲਿਆ। ਅੰਦਰੋਂ ਪਾਪਾ ਜੀ ਦੀ ਇੱਕ ਡਾਇਰੀ ਨਿਕਲੀ, 4 ਦਹਾਕੇ ਪਹਿਲੋਂ ਲਿਖੀ। ਇੱਕ ਥਾਂ ਆਖ ਰਹੇ ਸਨ, ਅੱਜ ਵੀ ਬਿਨਾਂ ਦੱਸੇ ਚਲਾ ਗਿਆ। ਫਿਰ ਅੱਧੀ ਰਾਤ ਮੁੜਿਆ ਤਾਂ ਸਿਰਫ ਇੰਨਾ ਹੀ ਪੁੱਛ ਲਿਆ, ਕੁਵੇਲੇ ਕਿਉਂ ਆਇਆ? ਤਾਂ ਅੱਖਾਂ ਕੱਢ ਵੇਖਣ ਲੱਗਾ। ਫਿਰ ਬਿਨਾਂ ਕੁਝ ਆਖੇ ਹੀ ਆਪਣੇ ਕਮਰੇ 'ਚ ਜਾ ਵੜਿਆ। ਬੂਹਾ ਠਾਹ ਕਰਕੇ ਵੱਜਿਆ, ਸਿੱਧਾ ਮੇਰੀ ਰੂਹ 'ਤੇ। ਇੰਨੀ ਸ਼ਰਮਿੰਦਗੀ, ਇੰਨਾ ਦੁੱਖ ਪਹਿਲੀ ਵੇਰ ਹੋਇਆ। ਨਿੱਕੇ ਜਿਹੇ ਨੂੰ ਖਿਡਾਇਆ, ਚਿੱਤੜ ਧੋਤੇ, ਜੂਠਾ ਖਾਧਾ, ਆਪ ਪਾਟਿਆ ਪਾਇਆ, ਪਰ ਇਸ ਦੇ ਹਮੇਸ਼ਾ ਨਵੇਂ ਨਕੋਰ ਹੁੰਦੇ ਸਨ। ਕਿੱਥੇ ਗਲਤੀ ਹੋ ਗਈ? ਫਿਰ ਅੱਗੇ 2-3 ਅੱਖਰਾਂ ਦੀ ਪਾਲ ਧੁੰਦਲੀ ਹੋਈ ਪਈ ਸੀ। ਪਾਣੀ ਦੇ ਤ੍ਰੁਬਕੇ ਡਿੱਗੇ ਸਨ ਸ਼ਾਇਦ। ਖੁਦ ਦੇ ਸਿਰ 'ਤੇ ਪਟੋਕੀ ਮਾਰੀ, ਕਮਲਿਆ ਇਹ ਤ੍ਰੁਬਕੇ ਨਹੀਂ, ਹੰਝੂ ਨੇ। ਫਿਰ ਆਪਣੀਆਂ ਅੱਖਾਂ ਮੀਚ ਲਈਆਂ। ਫਿਰ ਠੀਕ ਉਸੇ ਥਾਂ ਮੇਰੀਆਂ ਅੱਖਾਂ ਵਿੱਚੋਂ ਵੀ ਕਿੰਨੇ ਤ੍ਰੁਬਕੇ ਹੋ ਡਿੱਗੇ। ਲਗਾਤਾਰ ਥੋੜ੍ਹੇ ਬਹੁਤ ਪੜ੍ਹੇ ਜਾਂਦੇ ਅੱਖਰ ਹੋਰ ਵੀ ਧੁੰਦਲੇ ਹੋ ਗਏ। ਤ੍ਰੁਬਕੇ ਨਹੀਂ, ਪਛਤਾਵਾ ਡਿੱਗ ਰਿਹਾ ਸੀ ਮੁਆਫੀ ਦੀ ਆਸ ਵਿੱਚ। ਪਰ ਮਾਫੀ ਦਿੰਦਾ ਕੌਣ? ਇੰਨੇ ਵੱਡੇ ਘਰ ਵਿੱਚ ਮੈਂ ਇਕੱਲਾ ਹੀ ਤਾਂ ਸਾਂ। ਅਤੇ ਜਾਂ ਫਿਰ ਕੰਨ 'ਤੇ ਟੰਗੀ ਇੱਕ ਫੋਟੋ ਪਾਪਾ ਜੀ ਦੀ,
4 ਦਹਾਕੇ ਪਹਿਲੋਂ ਦੀ। ਫੋਟੋਆਂ ਵੀ ਭਲਾ ਮਾਫੀ ਦਿੰਦੀਆਂ? ਕਦੇ ਨਹੀਂ। ਮਾਫੀ ਤੇ ਜਿਉਂਦੇ ਜਾਗਦੇ ਇਨਸਾਨ ਦਿੰਦੇ ਨੇ। ਤੁਰ ਗਏ ਤੇ ਸਿਰਫ ਚੇਤਾ ਕਰਵਾਉਂਦੇ ਰਹਿੰਦੇ। ਜਿਹਾ ਬੀਜੋਗੇ ਉਹੀ ਵੱਢੋਗੇ। ਧੰਨਵਾਦ। ਇੱਕ ਕਹਾਣੀ ਹੋਰ। ਦੋਵੇਂ ਦੁਕਾਨ ਮੂਹਰੇ ਟਾਂਗੇ ਤੋਂ ਹੇਠ ਉਤਰੇ। ਉਹ ਆਪ ਤਾਂ ਅੰਦਰ ਆਣ ਵੜਿਆ, ਪਰ ਬੇਬੇ ਅੰਦਰ ਨਾ ਵੜੇ। ਆਖੀ ਜਾਵੇ, ਵੇ ਦਰਸ਼ੂ, ਕਾਹਨੂੰ ਪੈਸੇ ਖਰਚਦਾ? ਹਾਂ ਵਾਲੀ ਚੰਗੀ ਭਲੀ ਤੇ ਹੈ, ਅਜੇ 6 ਮਹੀਨੇ ਹੋਰ ਕੱਢ ਜਾਣੀ ਆ। ਫਿਰ ਉਹਨੇ ਧੱਕੇ ਨਾਲ ਹੀ ਉਹਦਾ ਸੱਜਾ ਪੈਰ ਲੁਹਾ ਲਿਆ। ਥਾਂ ਥਾਂ ਕਿੰਨੇ ਸਾਰੇ ਗਾਂਢੇ ਤੇ ਤਰੁੱਪੇ। ਮੈਨੂੰ ਵਿਖਾਉਂਦਾ ਆਖਣ ਲੱਗਾ, ਲਾਲਾ ਹੁਣ ਤੂੰ ਹੀ ਦੱਸ, ਇਹ ਕਿੰਨੇ ਦਿਨ ਹੋਰ ਚੱਲ ਜੂ? ਮੇਰਾ ਤੇ ਜੋੜਾ ਵਿਕਣਾ ਸੀ। ਝੱਟ ਹਾਂ 'ਚ ਹਾਂ ਮਿਲਾ ਦਿੱਤੀ। ਨਾਲ ਹੀ ਕਿੰਨੇ ਸਾਰੇ ਜੋੜੇ ਉਹਦੇ ਸਾਹਮਣੇ ਖਿਲਾਰ ਦਿੱਤੇ। ਹੁਣ ਪਾਵੇ ਨਾ, ਬਸ ਮੁੱਲ ਹੀ ਪੁੱਛੀ ਜਾਵੇ। ਮੁੰਡੇ ਨੇ ਝਿੜਕ ਦਿੱਤੀ, ਬੇਬੇ ਮੁੱਲ ਦੀ ਪਰਵਾਹ ਨਾ ਕਰ, ਇਹ ਵੇਖ ਮੇਜ਼ ਕਿਹੜੀ ਆਉਂਦੀ ਹੈ। ਬੜੀ ਮੁਸ਼ਕਿਲ ਨਾਲ ਇੱਕ ਪੂਰੀ ਆਈ। ਉਹਨੇ ਉੱਥੇ ਹੀ ਪੈਰੀ ਪਵਾ ਦਿੱਤੀ ਤੇ ਪੁਰਾਣੀ ਲੁਹਾ ਕੇ ਪਰਾਂ ਨੁੱਕਰੇ ਸੁੱਟ ਦਿੱਤੀ। ਹੁਣ ਚੋਰ ਅੱਖ ਨਾਲ ਮੁੜ ਮੁੜ ਪੁਰਾਣੀ ਵੱਲ ਵੇਖੀ ਜਾਵੇ। ਪੈਸੇ ਦੇਣ ਲੱਗਾ ਤਾਂ ਕੋਲ ਖਲੋ ਗਈ। ਸ਼ਾਇਦ ਜਾਣਨਾ ਚਾਹੁੰਦੀ ਸੀ ਕਿ ਆਈ ਕਿੰਨੇ ਦੀ ਏ। ਆਖਣ ਲੱਗਾ, ਬੇਬੇ ਤੂੰ ਬਾਹਰ ਜਾ ਕੇ ਪਿੰਡ ਨੂੰ ਜਾਂਦੇ ਟਾਂਗੇ ਨੂੰ ਹੱਥ ਦੇ, ਮੈਂ ਹੁਣੇ ਆਇਆ। ਪਰ ਉਹ ਉੱਥੇ ਖਲੋਤੀ ਰਹੀ। ਅਖੀਰ ਬਟੂਆ ਬੋਝੇ 'ਚ ਪਾਉਂਦਾ ਉਹ ਆਪ ਹੀ ਬਾਹਰ ਨੂੰ ਨੱਸ ਤੁਰਿਆ ਤੇ ਤੁਰੇ ਜਾਂਦੇ ਟਾਂਗੇ ਨੂੰ ਹੱਥ ਦੇ ਦਿੱਤਾ। ਇੱਧਰ ਅੰਦਰ ਖਲੋਤੀ ਨੇ ਅਛੋਪਲੇ ਜਿਹੇ ਪੈਰੋਂ ਲੁਹਾਈ ਇੱਕ ਵੇਰ ਫਿਰ ਚੁੱਕ ਲਈ ਤੇ ਚੁੰਨੀ ਦੇ ਪੱਲੇ ਨਾਲ ਬੰਨ੍ਹ ਛੇਤੀ ਨਾਲ ਬਾਹਰ ਨੂੰ ਤੁਰ ਪਈ। ਉਹਨਾਂ ਵੇਲਿਆਂ ਦੀ ਗੱਲ ਏ ਜਦੋਂ ਉਧੜੇ ਸੀ ਲਏ ਜਾਂਦੇ ਸਨ ਤੇ ਗੁੱਸੇ ਪੀ ਲਏ ਜਾਂਦੇ ਸਨ। ਨਿੱਕੀ ਨਿੱਕੀ ਗੱਲ ਤੇ ਹਰ ਚੀਜ਼ ਕੂੜੇਦਾਨਾਂ ਦੀ ਭੇਂਟ ਨਹੀਂ ਸੀ ਚੜਿਆ ਕਰਦੀ। ਧੰਨਵਾਦ।